ਜਦੋਂ ਇਹ ਵਾਪਸ ਲੈ ਗਏ ਕਾਨੂੰਨ, ਉਦੋਂ ਹੋਇਆ ਵੀ ਜਿੰਨੇ ਕੇਸ ਨੇ ਕਿਸਾਨਾਂ ਦੇ ਖਿਲਾਫ ਉਹ ਵਾਪਸ ਲੈ ਜਾਣਗੇ। ਜਿਹੜੇ 750-800 ਦੇ ਕਰੀਬ ਕਿਸਾਨ ਸ਼ਹੀਦ ਹੋਏ, ਉਹਨਾਂ ਦੇ ਜਿਹੜੇ ਡਿਪੈਂਡੈਂਟ ਨੇ ਉਹਨਾਂ ਨੂੰ ਮੁਆਵਜ਼ਾ ਕੁਝ ਵੀ ਨਹੀਂ ਦਿੱਤਾ ਗਿਆ। Blocking roads and stopping the smooth flow of traffic is not good. It is becoming a trend to hold dharnas at the drop of a hat. ਕਿਵੇਂ ਰਾਹ ਜਾਂਦੇ ਧਰਨੇ ਜਿੱਥੇ ਮਰਜ਼ੀ ਦੇ, people are getting inconvenienced. Some of them, not all, have done advance bookings of dharnas. ਕਿ ਧਰਨਿਆਂ ਦੇ ਵੀ advance booking ਕਰ ਲੈਂਦੇ ਨੇ। ਦੇ ਫਸਟ ਸਟੇਜ ਧਰਨਾ ਸੀਕਿੰਗ ਏ ਮੀਟਿੰਗ ਵਿਦ ਗਵਰਨਮੈਂਟ, ਵੀ ਪਹਿਲਾਂ ਸਰਕਾਰ ਨਾਲ ਮੀਟਿੰਗ ਲਈ ਧਰਨਾ ਦਿੰਦੇ ਨੇ। ਦੈਨ ਆਫਟਰ ਦਾ ਮੀਟਿੰਗ ਦੇ ਡੂ ਇਟ ਟੂ ਸੀਕ ਫੰਡਸ। ਮੀਟਿੰਗ ਤੋਂ ਬਾਅਦ ਪੈਸੇ ਮੰਗਦੇ ਨੇ। ਦਰਸ਼ਕੋ, ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨ ਯੂਨੀਅਨਾਂ ਦੇ ਖਿਲਾਫ ਤਿੱਖਾ ਬਿਆਨ ਦਿੰਦਿਆਂ ਕਿਹਾ ਹੈ ਕਿ ਨਿੱਤ ਦੇ ਧਰਨਿਆਂ ਨਾਲ ਲੋਕਾਂ ਦੇ ਜੀਵਨ ਵਿੱਚ ਰੁਕਾਵਟਾਂ ਪੈਦਾ ਹੁੰਦੀਆਂ ਹਨ। ਉਸਨੇ ਇਸ ਨੂੰ ਕਿਸਾਨ ਯੂਨੀਅਨਾਂ ਦਾ ਧੰਦਾ ਜਿਹੜਾ ਹੈ ਉਹ ਦੱਸਿਆ ਹੈ ਕਿ ਆਮ ਆਦਮੀ ਪਾਰਟੀ ਦਾ ਕਾਮਰੇਡੀ ਕਿਸਾਨ ਯੂਨੀਅਨਾਂ ਨਾਲ ਜਿਹੜਾ ਹਨੀਮੂਨ ਦਾ ਸਮਾਂ ਹੁਣ ਮੁੱਕ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, 13 ਮਹੀਨੇ ਦੇ ਲਗਭਗ ਚੱਲੀ ਕਿਸਾਨੀ ਲਹਿਰ, ਜਿਹਦਾ ਮੂਲ ਮੁੱਦਾ 3 ਖੇਤੀ ਕਾਨੂੰਨ ਜਿਹੜੇ ਕਿ ਮੋਦੀ ਸਰਕਾਰ ਨੇ ਅੰਬਾਨੀ, ਅਡਾਨੀ, ਉਹਨਾਂ ਸਾਰੇ ਕਾਰੋਬਾਰੀਆਂ ਦੇ ਕਹਿਣ 'ਤੇ ਔਰ ਪੰਜਾਬ 'ਚ ਸਿੱਖਾਂ ਨੂੰ ਬੇਜ਼ਮੀਨੇ ਕਰਨ ਦੇ ਲਈ ਬਣਾਏ ਸਨ, ਉਹ ਬੜੀ ਸ਼ਾਨਦਾਰ ਜਿੱਤ ਦੇ ਨਾਲ ਖਤਮ ਹੋਇਆ ਜਾ ਰਿਹਾ ਕਿ ਸਿੱਖੀ ਨੇ ਆਪਣਾ ਜਲਵਾ ਦਿਖਾਇਆ। ਔਰ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਵਾਲੇ ਮੌਕੇ ਪਿਛਲੇ ਸਾਲ ਨਵੰਬਰ 2021 ਨੂੰ ਮੋਦੀ ਨੇ ਜਿਹੜੇ 3 ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ। ਬਾਅਦ 'ਚ ਪਾਰਲੀਮੈਂਟ ਨੇ ਉਸੇ ਤਰੀਕੇ ਨਾਲ, ਸ਼ਾਇਦ ਭਾਰਤ ਦੀ ਹਿਸਟਰੀ 'ਚ ਪਹਿਲੀ ਵਾਰ ਹੋਇਆ ਕਿ ਇਸ ਕਿਸਮ ਦਾ ਕੋਈ ਜਿਹੜਾ ਕਾਨੂੰਨ ਜਿਹੜਾ ਜਿਸ ਤੇਜ਼ੀ ਨਾਲ ਬਣਾਇਆ ਗਿਆ ਸੀ, ਉਹਨੂੰ ਐਜੀਟੇਸ਼ਨ ਇੰਨੀ ਲੰਬੀ ਚੱਲੀ, ਐਜੀਟੇਸ਼ਨ ਜਿਸ ਦੇ ਵਿੱਚ ਇੰਟੈਂਸਿਟੀ ਆਉਂਦੀ ਚਲੀ ਗਈ। ਔਰ ਸਰਕਾਰ ਉਹ ਵੀ ਮੋਦੀ ਦੀ ਜਿਹੜੀ ਗੁੰਡਾਗਰਦੀ ਦੇ ਲਈ ਔਰ ਮੋਦੀ ਹੈ ਤਾਂ ਮੁਮਕਿਨ ਹੈ ਦੇ ਥੱਲੇ ਉਸ ਨੂੰ ਇੱਕ ਇਸ ਕਿਸਮ ਦਾ ਇਮੇਜ ਦੇ ਵਿੱਚ ਖੜਾ ਕੀਤਾ ਹੋਇਆ ਸੀ, ਉਹਨੂੰ ਮੁੱਦੇ ਮੂੰਹ ਸੁੱਟ ਲੈਣਾ, ਇਹ ਜਿਹੜੀ ਹੈ ਸਿੱਖ ਕੌਮ ਦੇ ਹਿੱਸੇ ਹੀ ਆਇਆ। ਕਿਉਂਕਿ ਇਹ ਬੀਤੇ ਦੇ ਵਿੱਚ ਵੀ, ਬੀਤੀਆਂ ਸਦੀਆਂ 'ਚ ਵੀ ਬੜੇ ਰਾਠਾਂ, ਬੜੇ ਆਪਣੇ ਆਪ ਨੂੰ ਐਮਪਾਇਰ, ਸਲਤਨਤਾਂ ਕਹਿਣ ਵਾਲਿਆਂ ਦੇ ਵੀ ਧੌਣ ਦੇ ਮਣਕੇ ਖਾਲਸੇ ਨੇ ਹੀ ਭੰਨੇ ਨੇ। ਸੋ ਇਹਨਾਂ ਦੀ ਵੀ ਜਿਹੜੀ ਹੈ ਉਹ ਧੌਣ ਦਾ ਕੀਲਾ ਉਹ ਪੰਥ ਨੇ ਕੱਢਿਆ। ਹੁਣ ਇਸ 'ਚੋਂ ਜਿਹੜੇ ਅਸੀਂ ਆਪਟੀਮਿਸਟ ਹੈ, ਅਸੀਂ ਇਹ ਸਮਝਦੇ ਸੀ ਕਿ ਵੀ ਕੁਛ ਨਾ ਕੁਛ ਐਸਾ ਪੋਜ਼ਿਟਿਵ ਪੰਜਾਬ ਲਈ ਨਿਕਲੇਗਾ ਕਿ ਭਾਈ ਇੱਕ ਇਸ ਸਾਰੇ ਨੇ, ਕਿਉਂਕਿ ਇਹ ਮੂਵਮੈਂਟ ਜਿਸ ਤੇਜ਼ੀ ਨਾਲ ਗਈ ਆਪਣੇ ਸ਼ੰਭੂ ਤੋਂ ਸਿੰਘੂ ਤੱਕ, ਕਿਵੇਂ ਇਹਦੇ 'ਚ ਕਾਂਗਰਸ, ਬਾਦਲ ਦਲ, ਦੂਜੇ ਸਾਰੇ ਇਰਰੈਲੇਵੈਂਟ ਹੋਏ। ਔਰ ਇਸੇ ਮੂਵਮੈਂਟ ਦੇ ਚਲਦਿਆਂ ਹੀ ਬਾਦਲ ਦਲ ਨੂੰ ਆਪਣਾ, ਜਿਹਦੇ ਨਾਲ ਕਦੇ ਬਾਦਲ ਨੇ ਬੀਜੇਪੀ ਨਾਲ ਪਤੀ ਪਤਨੀ ਦਾ ਰਿਸ਼ਤਾ ਕਿਹਾ ਸੀ, ਉਸ ਨੂੰ ਵੀ ਛੱਡਣਾ ਪਿਆ। ਅਚਾਰ ਮੰਤਰੀ, ਅਚਾਰ ਚਟਣੀ ਮੰਤਰੀ ਹਰਸਿਮਰਤ ਬਾਦਲ ਨੂੰ ਵੀ ਰਿਜ਼ਾਈਨ ਕਰਨਾ ਪਿਆ। ਉਦੋਂ ਦੇ ਵਿਚਾਰੇ ਅੱਜ ਤੱਕ ਮੁੜ ਕੇ ਤਾਬੇ ਨਹੀਂ ਆਏ। ਹੁਣ ਤਾਂ ਉਹ ਚੀਕਾਂ ਹੀ ਮਾਰਦਾ ਬਿਕਰਮ ਮਜੀਠੀਆ। ਉਹ ਠੀਕ ਕਿਹਾ ਉਹਨਾਂ ਨੇ ਕਿ ਵੀ ਉਹ ਹੁਣ ਵਿਰੋਧ ਇਸ ਲਈ ਕਰ ਰਿਹਾ ਕਿ ਉਹਦਾ ਚਿੱਟੇ ਦਾ ਧੰਦਾ ਮੰਦਾ ਪੈ ਗਿਆ। ਜੇ ਅੰਮ੍ਰਿਤ ਛਕਣਗੇ ਨੌਜਵਾਨ, ਦੂਜੇ ਚਿੱਟਾ ਨਹੀਂ ਲੈਣਗੇ। ਉਹ ਤਾਂ ਜੇਲ੍ਹ ਕੱਟ ਕੇ ਬਾਹਰ ਆਇਆ, ਜਿਹੜਾ ਉਹ ਮੁਰਦਾ ਬੋਲੇ ਖੱਫਣ ਪਾੜੇ, ਉਸ ਵਾਂਗ ਹੀ ਉਸ ਦੀ ਲਾਈਨ ਹੈ। ਪਰ ਇਸ ਸਾਰੇ 'ਚੋਂ ਜਿਹੜੀਆਂ ਹੋਪ ਸੀ ਬਾਹਰ ਦੀਆਂ ਦੀ, ਔਰ ਜਦੋਂ ਹੋਪ ਵੀ ਕਰ ਰਹੇ ਸੀ, ਹਾਲਾਂਕਿ ਇਸ ਗੱਲ ਦੀ ਇੰਡੀਕੇਸ਼ਨ ਤਾਂ ਸੀ ਜਿਸ ਅੰਦਾਜ਼ ਦੇ ਵਿੱਚ ਜਿਹੜੀ ਕਾਮਰੇਡਰੀ ਲੀਡਰਸ਼ਿਪ 32-33 ਜਥੇਬੰਦੀਆਂ ਦੀ ਸੀ, ਉਹਨਾਂ ਨੇ ਸਿੱਖ ਫੈਕਟਰ ਨੂੰ, ਖਾਸ ਤੌਰ 'ਤੇ ਜਦੋਂ ਦੀਪ ਸਿੱਧੂ ਨੇ 26 ਜਨਵਰੀ ਵਾਲੇ ਦਿਨ ਲਾਲ ਕਿਲ੍ਹੇ ਦੇ ਉੱਤੇ ਔਰ ਵਾਂ ਪਿੰਡ ਦੇ ਸਿੰਘ ਜਗਰੂਪ ਸਿੰਘ, ਉਸਨੇ ਖਾਲਸਾਈ ਝੰਡਾ ਲਹਿਰਾਇਆ। ਸੋ ਉਹ ਸਾਰੇ ਨੇ ਜਿਵੇਂ ਉਹਨੂੰ ਡੀਲ ਕੀਤਾ ਹੈ, ਜਿਵੇਂ ਉਹਨਾਂ ਨੇ ਇੱਥੋਂ ਤੱਕ ਕਿ ਜਿਹੜਾ ਇਹਨਾਂ ਦਾ ਕਾਮਰੇਡੀ ਹਰੀ ਪੱਗ ਵਾਲਾ ਆਪਣੇ ਆਪ ਨੂੰ ਚੀਫ ਮਿਨਿਸਟਰ ਪੰਜਾਬ ਦਾ ਸਮਝਣ ਲੱਗ ਪਿਆ ਸੀ, ਉਹਦਾ ਇਹ ਕਹਿਣਾ ਕਿ ਜੀ ਸਿੱਖੀ ਆਪਣੇ ਘਰੇ ਛੱਡ ਕੇ ਆਇਆ 26 ਜਨਵਰੀ ਤੋਂ ਬਾਅਦ ਦੀ ਘਟਨਾ। ਲੇਕਿਨ ਇਹਦੇ ਬਾਵਜੂਦ ਜਿਹੜੀ ਸ਼ਾਨਦਾਰ ਜਿੱਤ ਸੀ, ਇੱਕ ਮੌਕਾ ਸੀ ਪੰਜਾਬ ਦੀ ਕਿਰਸਾਨੀ ਦੇ ਲਈ, ਖਾਸ ਤੌਰ 'ਤੇ ਪੇਂਡੂ ਸੁਸਾਇਟੀ ਦੇ ਲਈ,
ਕਿ ਇਸ ਨੂੰ ਪੋਲੀਟੀਕਲ ਈਡੀਅਮ ਦੇ ਵਿੱਚ ਕਨਵਰਟ ਕਰ ਸਕਦੇ। ਜੀ। ਉਹ ਭਾਵੇਂ ਆਪਣੀ ਅੱਡ ਧਿਰ ਬਣਾ ਕੇ ਕਰਦੇ, ਭਾਵੇਂ ਕਿਸੇ ਪੰਥਕ ਮਹਾਜ਼ ਤੋਂ ਕਰਦੇ, ਪਰ ਉਹਨਾਂ ਨੇ ਸਿੱਖੀ ਤੋਂ ਤਾਂ ਡਿਸਟੈਂਸ ਕੀਤਾ ਹੀ ਕੀਤਾ ਹੈ। ਉਹ ਕਾਮਰੇਡੀ ਜਿਹੜੀ ਲੀਡਰਸ਼ਿਪ ਹੈ, ਉਹ ਉਸ ਜਿਹੜਾ ਇੱਕ ਬੰਦਾ ਜਿਹਦੇ ਅੰਦਰ ਆਪਣੀ ਚੀਫ ਮਿਨਿਸਟਰੀ ਦੀ ਖਾਹਿਸ਼ ਔਰ ਬਾਕੀ ਕਾਮਰੇਡੀ ਲਾਣਾ, ਉਹਨਾਂ ਨੇ ਅਰਵਿੰਦ ਕੇਜਰੀਵਾਲ ਦੇ ਨਾਲ ਸੌਦੇਬਾਜ਼ੀ ਸ਼ੁਰੂ ਕੀਤੀ ਜੀ ਕਿ ਜੀ ਮੈਨੂੰ ਰਾਜੇਵਾਲ, ਕਿ ਜੀ ਮੈਨੂੰ ਚੀਫ ਮਿਨਿਸਟਰ ਬਣਾ ਦਿਓ, ਬਾਕੀ ਸਭ ਠੀਕ ਹੋ ਜਾਏਗਾ। ਉਹ ਵੀ ਬਾਣੀਆਂ ਪੱਕਾ ਲਟਕਾਈ ਗਿਆ, ਨੇੜੇ ਜੇ ਆ ਕੇ ਉਹਨੇ ਕਿਹਾ ਜੀ ਇੰਨੀਆਂ ਸੀਟਾਂ ਤੁਸੀਂ ਲੈ ਲਓ, ਤੇ ਬਾਕੀ ਉਹਨੂੰ ਲੱਗਾ ਜੀ ਸਾਡੀ ਤਾਂ ਬੜੀ ਚੜ੍ਹਤ ਹੈ, ਔਰ ਉਹਨੇ ਆਪਣੇ ਤੌਰ ਤੇ ਗਿਆ। ਪਰ ਜਿਹੜੇ ਵਿਦਨ ਕਾਮਰੇਡੀ ਸੀ ਉਹ ਤਾਂ ਆਮ ਆਦਮੀ ਪਾਰਟੀ ਨੇ ਸੰਨ ਲਾਈ ਹੋਈ ਸੀ। ਇੱਕ ਪਾਸੇ ਉਹ ਗੱਲਬਾਤ ਕਰ, ਦੂਜੇ ਪਾਸੇ ਜਿਹੜਾ ਇਹਨਾਂ ਦੀ ਉਗਰਾਹਾਂ ਫੈਕਸ਼ਨ ਹੈ ਸਾਰੀ। ਸੋ ਮੁੱਕਦੀ ਗੱਲ ਕਿ ਉਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਜਿੰਨੇ ਵੀ ਉਹਨਾਂ ਨੇ ਆਪਣੇ ਕੈਂਡੀਡੇਟ ਖੜੇ ਕੀਤੇ ਸੀ, ਔਰ ਜਿਹੜੀ ਕਿਸਾਨਾਂ ਦੀ ਵੋਟ ਹੈ, ਅਦਰਵਾਈਜ਼ 92 ਸੀਟਾਂ 117 ਜੋ ਤਾਂ ਮਿਲਣੀਆਂ ਹੀ ਨਹੀਂ, ਅਸੰਭਵ ਸੀ। ਉਹ ਐਨ ਬਲਾਕ ਜਿਹੜੀਆਂ ਨੇ ਆਮ ਆਦਮੀ ਪਾਰਟੀ ਨੂੰ ਗਈਆਂ, ਕਿਉਂਕਿ ਉਸ ਪੀਰੀਅਡ ਤੱਕ ਕੇਜਰੀਵਾਲ ਦੀ ਧਿਰ ਨੂੰ, ਕੇਜਰੀਵਾਲ ਨੂੰ ਕਹਿੰਦੇ ਹੀ ਧਰਨਿਆਂ ਦੀ ਪਾਰਟੀ ਸੀ। ਖੁਦ ਤਾਂ ਕੇਜਰੀਵਾਲ ਨਿਕਲਿਆ ਹੀ ਧਰਨਿਆਂ ਚੋਂ, ਅੰਨਾ ਹਜ਼ਾਰੇ ਉੱਥੇ ਬਹਿ ਗਿਆ, ਉਹ ਵੀ ਬਹਿ ਗਿਆ। ਹਰ ਚੌਥੇ ਦਿਨ ਜੰਤਰ ਮੰਤਰ ਦੇ ਉੱਤੇ ਚੌਕੜੀ ਮਾਰ ਕੇ ਬੈਠਾ ਹੁੰਦਾ ਸੀ ਜਾ ਕੇ ਧਰਨੇ ਵਾਲਿਆਂ ਦੇ ਨਾਲ। ਇਹੀ ਕੰਮ ਪੰਜਾਬ ਦੇ ਵਿੱਚ ਇਹਨਾਂ ਦੀ ਧਿਰ ਕਰਦੀ ਰਹੀ। ਭਗਵੰਤ ਮਾਨ ਕੀ ਕਰਦਾ ਰਿਹਾ, ਉਸ ਕਿਸਮ ਦੀ ਕੇਜਰੀਵਾਲ ਦੀ ਸਿਆਸਤ। ਪਰ ਹੁਣ ਜਦੋਂ ਕਿ ਪਾਵਰ ਇੱਥੇ ਭਗਵੰਤ ਮਾਨ ਜਿਹੜਾ ਐਂਟਰੈਂਚ ਹੋ ਗਿਆ, ਗੁਜਰਾਤ ਦੇ ਵਿੱਚ ਕੇਜਰੀਵਾਲ ਆਪਣੇ ਰੋਡ ਸ਼ੋਅ ਦੂਜੇ ਕਰ ਰਿਹਾ, ਔਰ ਇਹ ਠੀਕ ਹੈ ਕਿ ਭਾਈ ਭਾਵੇਂ ਹਕੂਮਤ ਉੱਥੇ ਉਹ ਨਹੀਂ ਬਣਾ ਸਕਣਗੇ, ਲੇਕਿਨ ਜਿਹੜੀ ਕਾਂਗਰਸ ਵੋਟ ਗੁਜਰਾਤ ਦੀ ਉਹ ਜ਼ਰੂਰ ਕਾਫੀ ਉਹਦੇ ਚੋਂ ਟ੍ਰਾਂਸਫਰ ਹੋਏਗੀ, ਕੇਜਰੀਵਾਲ ਦੀ ਪਾਰਟੀ ਨੂੰ ਆਪਣਾ ਖਾਤਾ ਖੋਲੇਗਾ। ਔਰ ਇਹ ਵੀ ਸੂਟ ਕਰਦਾ ਹੈ ਕਿਉਂਕਿ RSS ਦੀ ਵੱਡੀ ਗੇਮ ਦੇ ਥੱਲੇ ABC ਸਾਰੀਆਂ ਹੀ ਲੈਡਰ ਦੇ ਉੱਤੇ ਉਹਨਾਂ ਦੇ ਆਪਣੇ ਬੰਦੇ ਚਾਹੀਦੇ ਨੇ। ਪਰ ਅੱਜ ਜਿਹੜਾ ਬਿਆਨ, ਔਰ ਕਿਉਂਕਿ ਜਿਹੜੇ ਬਾਕੀ ਵਾਅਦੇ ਸੀ ਉਹ ਵੀ ਪੂਰੇ ਨਹੀਂ ਕੀਤੇ ਕਿਸਾਨਾਂ ਦੇ, ਜਿਵੇਂ ਪੰਜਾਬ ਸਰਕਾਰ ਜਾਂ ਉਸ ਵੇਲੇ ਅਮਰਿੰਦਰ ਨੇ ਵੀ ਆਪਣਾ ਕਾਰਡ ਪਲੇ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਇਹ ਵਾਪਸ ਲੈ ਗਏ ਕਾਨੂੰਨ, ਉਦੋਂ ਹੋਇਆ ਵੀ ਜਿੰਨੇ ਕੇਸ ਨੇ ਕਿਸਾਨਾਂ ਦੇ ਖਿਲਾਫ ਉਹ ਵਾਪਸ ਲੈ ਜਾਣਗੇ। ਜਿਹੜੇ 750-800 ਦੇ ਕਰੀਬ ਕਿਸਾਨ ਸ਼ਹੀਦ ਹੋਏ, ਉਹਨਾਂ ਦੇ ਜਿਹੜੇ ਡਿਪੈਂਡੈਂਟ ਨੇ ਉਹਨਾਂ ਨੂੰ ਮੁਆਵਜ਼ਾ ਕੁਝ ਵੀ ਨਹੀਂ ਦਿੱਤਾ ਗਿਆ। ਹੁਣ ਇਸ ਦੇ ਉੱਤੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਜਿਹੜੇ ਨੇ 5 ਥਾਵਾਂ ਦੇ ਉੱਤੇ ਧਰਨੇ ਜਿਹੜੇ ਨੇ ਉਹ ਆਲਰੇਡੀ ਸਟੇਜ ਕੀਤੇ ਹੋਏ ਨੇ। ਉਹਨਾਂ ਦੇ ਵਿੱਚ ਅੰਮ੍ਰਿਤਸਰ ਕੱਥੂ ਨੰਗਲ ਹੈ, ਫਰੀਦਕੋਟ ਟਹਿਣਾ ਟੀ ਪੁਆਇੰਟ ਤੇ ਹੈ, ਨੀਅਰ ਮੁਕੇਰੀਆਂ ਸ਼ੂਗਰ ਮਿਲ ਹੈ, ਧਰੇਰੀ ਟੋਲ ਪਲਾਜ਼ੇ ਤੇ ਹੈ ਪਟਿਆਲੇ 'ਚ, ਤੇ ਤਲਵੰਡੀ ਸਾਬੋ ਹੈ। ਹੁਣ ਇਸ ਤੋਂ ਬਾਅਦ ਇਹ ਜਦੋਂ ਧਰਨੇ ਲੱਗੇ ਨੇ ਕਿ ਭਾਈ ਇਹ ਡਿਮਾਂਡਸ ਪੂਰੀਆਂ ਕਰੋ, ਦੇ ਨਾਲ ਨਾਲ ਹੋਰ ਵੀ ਨੇ ਮੰਗਾਂ ਉਹਨਾਂ ਦੀਆਂ, ਤੇ ਭਗਵੰਤ ਮਾਨ ਨੇ ਅੱਜ ਬਿਆਨ ਦਾ ਗਿਆ। ਉਹਨੇ ਕਿਹਾ ਜੀ ਇਹ ਜਿਹੜੀਆਂ ਕਿਸਾਨ ਯੂਨੀਅਨਾਂ ਨੇ, ਇਹਨਾਂ ਦੇ ਧਰਨੇ ਲੋਕਾਂ ਲਈ ਇਨਕਨਵੀਨੀਅੰਸ ਪੈਦਾ ਕਰ ਰਹੇ ਨੇ। ਇਹ ਇਹਨਾਂ ਨੇ ਐਵੇਂ ਇੱਕ ਤਮਾਸ਼ਾ ਜਿਹਾ ਬਣਾ ਰਿਹਾ ਧਰਨਿਆਂ ਦਾ, ਔਰ ਇਹ ਜਿਹੜੇ ਨੇ ਆਪਣਾ ਇੱਕ ਧੰਦਾ ਜਿਹਾ ਬਣਾਇਆ। ਉਹਦੇ ਲਫ਼ਜ਼ ਜਿਹੜੇ ਐਗਜ਼ੈਕਟਲੀ ਨੇ ਉਹ ਇਹ ਹੈ ਕਿ ਵੀ ਇਹ ਜਿਹੜਾ ਬਲੌਕ ਕਰਦੇ ਨੇ, ਹਾਈਵੇ ਬਲੌਕਿੰਗ ਰੋਡਸ ਐਂਡ ਸਟਾਪਿੰਗ ਦਾ ਸਮੂਥ ਫਲੋ ਆਫ ਟ੍ਰੈਫਿਕ ਇਜ਼ ਨਾਟ ਗੁੱਡ। ਇਟ ਇਜ਼ ਬਿਕਮਿੰਗ ਏ ਟ੍ਰੈਂਡ ਟੂ ਹੋਲਡ ਧਰਨਾਸ ਐਟ ਦਾ ਡ੍ਰੌਪ ਆਫ ਏ ਹੈਡ। ਕਿਵੇਂ ਰਾਹ ਜਾਂਦੇ ਧਰਨੇ ਜਿੱਥੇ ਮਰਜ਼ੀ ਦੇ, ਪੀਪਲ ਆਰ ਗੈਟਿੰਗ ਇਨਕਨਵੀਨੀਅੰਸਡ। ਉਹਨਾਂ ਨੇ ਕਿਹਾ ਕਿ ਵੀ ਇਹ ਸਾਰੇ ਨੂੰ ਜੇ ਤੁਸੀਂ ਦੇਣੇ ਨੇ ਧਰਨੇ, ਜਾ ਕੇ MLA ਔਰ ਦੂਸਰਿਆਂ ਦੇ ਘਰਾਂ ਦੇ ਬਾਹਰ ਜਾਂ ਦਫ਼ਤਰਾਂ ਦੇ ਬਾਹਰ ਦਿਓ, DCਆਂ ਤੁਸੀਂ ਘਰਾਂ ਦੇ ਬਾਹਰ ਜਾ ਕੇ ਲੋਕਾਂ ਦੀ ਪ੍ਰਾਈਵੇਟ ਘਰ ਨੇ, ਕਿਵੇਂ ਉਹਨਾਂ ਨੂੰ ਜਿਹੜਾ ਉਹ ਅਲਾਉ ਕਰੋਗੇ। ਸੋ ਮਤਲਬ ਇਹ ਹੈ ਕਿ ਵੀ ਇਹਦੇ ਤੇ ਈਵਨ ਉਹਨੇ ਇੱਥੋਂ ਤੱਕ ਤੰਜ਼ ਕੀਤੀ। ਉਹਨੇ ਕਿਹਾ ਜੀ ਇਹ ਜਿਹੜੇ ਧਰਨਿਆਂ ਵਾਲੇ ਨੇ, ਸਮ ਆਫ ਦੈਮ ਨਾਟ ਆਲ ਹੈਵ ਡਨ ਐਡਵਾਂਸ ਬੁਕਿੰਗਸ ਆਫ ਧਰਨਾਸ, ਕਿ ਧਰਨਿਆਂ ਦੀ ਵੀ ਐਡਵਾਂਸ ਬੁਕਿੰਗ ਕਰ ਲੈਂਦੇ ਨੇ। ਦੇ ਫਸਟ ਸਟੇਜ ਧਰਨਾ ਸੀਕਿੰਗ ਏ ਮੀਟਿੰਗ ਵਿਦ ਗਵਰਨਮੈਂਟ, ਵੀ ਪਹਿਲਾਂ ਸਰਕਾਰ ਨਾਲ ਮੀਟਿੰਗ ਲਈ ਧਰਨਾ ਦਿੰਦੇ ਨੇ। ਦੈਨ ਆਫਟਰ ਦਾ ਮੀਟਿੰਗ ਦੇ ਡੂ ਇਟ ਟੂ ਸੀਕ ਫੰਡਸ, ਮੀਟਿੰਗ ਤੋਂ ਬਾਅਦ ਪੈਸੇ ਮੰਗਦੇ ਨੇ। ਐਂਡ ਦੇ ਈਵਨ ਹੈਵ ਟੂ ਸ਼ੋ ਦੈਟ ਮਨੀ ਕਲੈਕਟਡ ਇਜ਼ ਯੂਟੀਲਾਈਜ਼ਡ, ਫਿਰ ਉਹ ਕਿ ਵੀ ਅਸੀਂ ਕਿੱਥੇ ਯੂਟੀਲਾਈਜ਼ ਕੀਤੀ ਹੈ, ਫਿਰ ਧਰਨਾ ਦੇ ਦਿੰਦੇ ਨੇ। ਔਰ ਇਹ ਜਿਹੜੇ ਨੇ ਅਸੀਂ ਜਿਹੜਾ ਇਸ ਨੂੰ ਟੋਲਰੇਟ ਨਹੀਂ ਕਰਾਂਗੇ। ਹੁਣ ਜਦੋਂ ਦੀ ਇਹ ਬਿਆਨ ਆਇਆ, ਉਹਦੇ ਤੇ ਜਿਹੜਾ ਇਹਨਾਂ ਦਾ ਉਗਰਾਹਾਂ ਗਰੁੱਪ ਦਾ ਹੈਗਾ, ਉਹਨੇ ਕਿਹਾ ਜੀ ਇਹ ਹੈਰਾਨੀ ਹੈ ਵੀ ਇੰਨਾ ਇਨਸੈਂਸਿਟਿਵ ਕਿਵੇਂ ਹੋ ਗਿਆ। ਇਹ ਤਾਂ ਖੁਦ ਕਿਸਾਨ ਹੈ, ਅਸੀਂ ਇਹ ਤਾਂ ਡੈਸਪਰੇਸ਼ਨ ਦੇ ਵਿੱਚ ਧਰਨੇ ਦਿੰਦੇ ਹਾਂ। ਔਰ ਉਹਨੇ ਕਿਹਾ ਜੀ ਆਈ ਐਮ ਸ਼ੌਕਡ that our sacrifices and struggles have been overlooked by him. Overlook ਕਿ ਤੁਸੀਂ ਬੇਵਕੂਫ ਹੋ, ਤੁਸੀਂ ਕਾਮਰੇਡਾਂ ਦੇ ਢੇ ਚੜੇ ਹੋਏ ਹੋ
ਇਧਰੋਂ ਤੁਸੀਂ ਡਿਸਟਰੋਏ ਕੀਤਾ ਪਹਿਲਾਂ ਪੰਜਾਬ ਦੇ ਵਿੱਚ ਇੱਕ ਮਾਹੌਲ ਜਿਹਦੇ ਥੱਲੇ ਇੱਕ ਜਿਹੜੀ ਵਿਕਟਰੀ ਹੈ, ਜਿਹੜੀ ਐਬਸੋਲੂਟ ਵਿਕਟਰੀ ਸੀ, ਜੀ ਉਸ ਨੂੰ ਤੁਸੀਂ ਪੰਜਾਬ ਦੇ ਲੈਵਲ ਤੇ ਕਿਸੇ ਜਿਹੜਾ ਫਰਦਰ ਅੱਗੇ ਲਿਜਾ ਸਕਦੇ ਸੀ। ਤੇ ਹੁਣ ਜਿਹੜਾ ਉਹ ਇਹ ਤਾਂ ਨਹੀਂ ਮੈਂ ਕਹਿੰਦਾ ਕਿ ਹੋਰ ਚੁੱਪੋ ਪੋਨੇ, ਜੀ ਪਰ ਇਹ ਨਜ਼ਰ ਆ ਰਿਹਾ ਵੀ ਅਲਟੀਮੇਟਲੀ ਹਕੀਕਤ ਕੀ ਸੀ, ਜਿਹਨੂੰ ਕਹਿੰਦੇ ਨੇ ਕਿ देयर ਹਨੀਮੂਨ ਪੀਰੀਅਡ ਸੀਮਸ ਟੂ ਬੀ ਓਵਰ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣਾ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।